ਚੱਕਦੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦੇਸ਼ ਵਿਦੇਸ਼ ਦੀਆਂ ਖਬਰਾਂ ਲੈ ਕੇ ਮੈਂ ਹਾਂ ਗੁਰਵਿੰਦਰ ਸੰਧੂ। ਮਾਰਦੇ ਨਜ਼ਰ ਹੁਣ ਤੱਕ ਦੀਆਂ ਸੁਰਖੀਆਂ ਤੇ। ਮੋਦੀ ਦੇ ਲੀਡਰ ਦਾ ਕਿਸਾਨਾਂ ਖਿਲਾਫ ਘਟੀਆ ਬਿਆਨ, ਕਿਹਾ ਕਿਸਾਨ ਕੋਈ ਪਾਵਰ ਹਾਊਸ ਨਹੀਂ, ਜੋ ਸਾਡੇ ਫੈਸਲੇ ਹੋਣਗੇ ਉਹ ਮੰਨਣੇ ਪੈਣਗੇ। ਕਸੂਤੇ ਫਸੇ ਕੈਪਟਨ ਦੇ ਨਵਾਬਜ਼ਾਦੇ ਮੁੜ ਈਡੀ ਵੱਲੋਂ ਜਾਰੀ ਹੋਇਆ ਸੰਮਨ। 6 ਨਵੰਬਰ ਤੱਕ ਦਫ਼ਤਰ ਵਿੱਚ ਪੇਸ਼ ਹੋ ਕੇ ਜਾਂਚ ਕਰਵਾਉਣ ਲਈ ਦਸਤਾਵੇਜ਼ ਉਪਲਬਧ ਕਰਵਾਉਣ ਦੇ ਦਿੱਤੇ ਨਿਰਦੇਸ਼। ਸੁਖਬੀਰ ਬਾਦਲ ਦਾ ਵੱਡਾ ਬਿਆਨ ਆਇਆ ਸਾਹਮਣੇ, ਕਿਹਾ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਛੱਡ ਬੀਜੇਪੀ ਵਿੱਚ ਹੋਣਗੇ ਸ਼ਾਮਲ। ਦਰਬਾਰ ਸਾਹਿਬ ਵਿੱਚ ਹੋਈ ਖੂਨੀ ਝੜਪ ਤੇ ਵਿਰਸਾ ਸਿੰਘ ਵਲਟੋਹਾ ਦਾ ਫੁੱਟਿਆ ਗੁੱਸਾ, ਦੱਸਿਆ ਮੰਦਭਾਗੀ ਘਟਨਾ। ਬੈਂਸ ਭਰਾਵਾਂ ਦਾ ਕਿਸਾਨਾਂ ਪ੍ਰਤੀ ਦਰਦ ਜਾਂ ਰਾਜਨੀਤਿਕ ਸਟੰਟ, ਕਿਸਾਨਾਂ ਦੇ ਹੱਕ 'ਚ ਕੀਤਾ ਵੱਡਾ ਐਲਾਨ। 16 ਤੋਂ 19 ਨਵੰਬਰ ਤੱਕ ਕੱਢਣਗੇ ਅਧਿਕਾਰ ਯਾਤਰਾ। ਬਰਨਾਲਾ ਦੇ ਪਿੰਡ ਦਾਨਗੜ੍ਹ ਤੋਂ ਇਨਸਾਨੀਅਤ ਹੋਈ ਸ਼ਰਮਸ਼ਾਰ, ਨੌਜਵਾਨ ਦੀ ਕਾਲੀ ਕਰਤੂਤ, 4 ਸਾਲਾ ਬੱਚੀ ਨਾਲ ਕੀਤਾ ਦੁਸ਼ਕਰਮ। ਹੁਣ ਖਬਰਾਂ ਵਿਸਥਾਰ ਨਾਲ। ਹੁਣ ਇੱਕ ਵਾਰ ਫਿਰ ਮੋਦੀ ਦੇ ਲੀਡਰ ਸੋਮ ਪ੍ਰਕਾਸ਼ ਨੇ ਕਿਸਾਨਾਂ ਨੂੰ ਲੈ ਕੇ ਵੱਡਾ ਅਤੇ ਵਿਵਾਦਿਤ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਕਿਸਾਨ ਕੋਈ ਪਾਵਰ ਹਾਊਸ ਨਹੀਂ, ਸਰਕਾਰ ਦਾ ਜੋ ਫੈਸਲਾ ਹੋਵੇਗਾ ਉਹ ਕਿਸਾਨਾਂ ਨੂੰ ਮੰਨਣਾ ਪਵੇਗਾ। ਸੋਮ ਪ੍ਰਕਾਸ਼ ਨੇ ਇਸ ਬਿਆਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਲੀਡਰ ਅਮਨ ਅਰੋੜਾ ਨੇ ਇਸ ਤੇ ਤਿੱਖੀ ਪ੍ਰਤੀਕਿਰਿਆ ਦਿੱਤੀ। ਪੰਜਾਬ 'ਚ ਕਿਸਾਨ ਸੜਕਾਂ ਤੇ ਹੈ ਅਤੇ ਮੋਦੀ ਦੇ ਲੀਡਰ ਲਗਾਤਾਰ ਕਿਸਾਨਾਂ ਖਿਲਾਫ ਵਿਵਾਦਿਤ ਬਿਆਨ ਦੇ ਰਹੇ ਨੇ। ਪਹਿਲਾਂ ਮੋਦੀ ਨੇ ਖੁਦ ਕਿਹਾ ਕਿ ਉਹ ਆਪਣੇ ਫੈਸਲੇ ਵਾਪਸ ਨਹੀਂ ਲੈਣਗੇ। ਫਿਰ ਜੇਪੀ ਨੱਡਾ ਦਾ ਬਿਆਨ ਸਾਹਮਣੇ ਆਇਆ ਕਿ ਇਹ ਧਰਨੇ ਕਿਸਾਨਾਂ ਦੇ ਨਹੀਂ ਬਲਕਿ ਵਿਚੋਲੀਆਂ ਦੇ ਧਰਨੇ ਨੇ। ਮੋਦੀ ਦੇ ਲੀਡਰਾਂ ਵੱਲੋਂ ਲਗਾਤਾਰ ਇਸ ਤਰ੍ਹਾਂ ਦੇ ਵਿਵਾਦਿਤ ਅਤੇ ਕਿਸਾਨਾਂ ਨੂੰ ਭੜਕਾਉਣ ਵਾਲੇ ਬਿਆਨ ਦਿੱਤੇ ਜਾ ਰਹੇ ਨੇ, ਜਿਸ ਕਾਰਨ ਸਿਆਸੀ ਮਾਹੌਲ ਕਾਫੀ ਗਰਮਾ ਚੁੱਕਿਆ ਹੈ। ਹੁਣ ਇੱਕ ਵਾਰ ਫਿਰ ਮੋਦੀ ਦੇ ਲੀਡਰ ਸੋਮ ਪ੍ਰਕਾਸ਼ ਨੇ ਕਿਸਾਨਾਂ ਨੂੰ ਲੈ ਕੇ ਵੱਡਾ ਅਤੇ ਵਿਵਾਦਿਤ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਕਿਸਾਨ ਕੋਈ ਪਾਵਰ ਹਾਊਸ ਨਹੀਂ, ਸਰਕਾਰ ਦਾ ਜੋ ਵੀ ਫੈਸਲਾ ਹੈ ਉਹ ਉਹਨਾਂ ਨੂੰ ਮੰਨਣਾ ਪਵੇਗਾ। ਸੋਮ ਪ੍ਰਕਾਸ਼ ਦੇ ਇਸ ਬਿਆਨ ਤੋਂ ਬਾਅਦ ਸਿਆਸੀ ਗਲਿਆਰਿਆਂ 'ਚ ਹੜਕੰਪ ਮਚ ਚੁੱਕਿਆ ਹੈ ਅਤੇ ਤੰਜਾਂ ਦੀ ਹਨੇਰੀ ਸ਼ੁਰੂ ਹੋ ਚੁੱਕੀ ਹੈ। ਆਪ ਦੇ ਲੀਡਰ ਅਮਨ ਅਰੋੜਾ ਨੇ ਸੋਮ ਪ੍ਰਕਾਸ਼ ਦੇ ਇਸ ਵਿਵਾਦਿਤ ਬਿਆਨ ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। देखो, मैं समझदा कि जिस तरीके ਦੇ ਨਾਲ ਕੇਂਦਰ ਦੇ ਰਾਜ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਜੀ ਨੇ ਕਿਸਾਨਾਂ ਬਾਰੇ ਕਠੋਰ ਸ਼ਬਦਾਵਲੀ ਵਰਤਦੇ ਹੋਏ ਕਿ ਕਿਸਾਨ ਕੋਈ ਪਾਵਰ ਹਾਊਸ ਨਹੀਂ ਹਨ। ਇਹ ਠੀਕ ਹੈ ਕਿ ਕਿਸਾਨ ਪਾਵਰ ਹਾਊਸ ਨਹੀਂ ਹਨ, ਪਰ ਕਿਸਾਨ ਅੰਨਦਾਤਾ ਪੂਰੇ ਮੁਲਕ ਦਾ ਜ਼ਰੂਰ ਹੈ। ਔਰ ਉਸ ਸਮੇਂ ਜਦ ਸਮੁੱਚਾ ਮੁਲਕ ਭੁੱਖਾ ਮਰਦਾ ਸੀਗਾ, ਉਸ ਸਮੇਂ ਪੰਜਾਬ ਦੇ ਕਿਸਾਨਾਂ ਨੇ ਸਮੁੱਚੇ ਮੁਲਕ ਦਾ ਜਿਹੜਾ ਪੇਟ ਹੈ ਉਹ ਭਰਨ ਦਾ ਕੰਮ ਕੀਤਾ ਹੈ। ਸੋ ਮੈਂ ਸਮਝਦਾ ਕਿ ਇਸ ਤਰੀਕੇ ਦੀ ਸ਼ਬਦਾਵਲੀ ਹੈ ਜਿਹੜੀ ਉਹ ਕਿਸੇ ਵੀ ਕੇਂਦਰੀ ਮੰਤਰੀ ਵੱਲੋਂ ਵਰਤੀ ਜਾਣੀ ਉਹ ਕਿਸੇ ਵੀ ਪੱਖੋਂ ਜਾਇਜ਼ ਨਹੀਂ ਕਹੀ ਜਾ ਸਕਦੀ ਹੈਗੀ। ਉਹਨਾਂ ਨੇ ਗੱਲ ਕੀਤੀ ਹੈ ਕਿ ਰੇਲਵੇਜ਼ ਦੇ ਜਾਨ ਮਾਲ ਦੀ ਸੁਰੱਖਿਆ ਨਿਸ਼ਚਿਤ ਕੀਤੀ ਜਾਣੀ ਚਾਹੀਦੀ ਹੈ। ਮੈਂ ਸੋਮ ਪ੍ਰਕਾਸ਼ ਜੀ ਨੂੰ ਯਾਦ ਕਰਾਉਂਗਾ ਕਿ ਤਕਰੀਬਨ ਪਿਛਲੇ 1.25 ਮਹੀਨੇ ਤੋਂ ਜਦੋਂ ਦੇ ਕਿਸਾਨ ਵੀਰ ਆਪਦਾ ਘਰ-ਬਾਰ ਆਪਦੇ ਖੇਤ ਛੱਡ ਕੇ ਰੇਲਵੇ ਟਰੈਕਸ ਦੇ ਉੱਪਰ ਬੈਠੇ ਨੇ, ਉਦੋਂ ਤੋਂ ਲੈ ਕੇ ਅੱਜ ਤੱਕ ਇੰਨਾ ਸ਼ਾਂਤਮਈ ਸੰਘਰਸ਼ ਜਿਹੜਾ ਮੇਰੇ ਖਿਆਲ ਦੇ ਵਿੱਚ ਪੰਜਾਬ ਦੇ ਵਿੱਚ ਕਿਸੇ ਨੇ ਦੇਖਿਆ ਨਾ ਹੋਵੇ। ਔਰ ਇਹ ਸੰਘਰਸ਼ ਹੈ ਜਿਹੜਾ ਇਹ ਇਕੱਲੇ ਕਿਸਾਨ ਵੀਰ ਨਹੀਂ, ਸਾਡੀਆਂ ਬੀਬੀਆਂ, ਭੈਣਾਂ, ਬੱਚੇ, ਇੱਕ ਪਰਿਵਾਰਕ ਸੰਘਰਸ਼ ਹੈ ਜਿਹੜਾ ਆਪਦੇ ਬੱਚਿਆਂ ਦੀ ਰੋਜ਼ੀ ਰੋਟੀ ਬਚਾਉਣ ਦੇ ਲਈ ਤੇ ਭਵਿੱਖ ਬਚਾਉਣ ਦੇ ਲਈ ਇਹ ਕੀਤਾ ਜਾ ਰਿਹਾ, ਪਰ 100% ਪੀਸਫੁਲ ਹੈ। 1.25 ਮਹੀਨੇ ਦੇ ਵਿੱਚ ਅੱਜ ਤੱਕ ਕੋਈ ਵੀ ਅਣਸੁਖਾਵੀ ਘਟਨਾ ਜਿਹੜੀ ਉਹ ਨਹੀਂ ਹੋਈ ਹੈਗੀ। ਔਰ ਕਿਸਾਨ ਵੀਰ ਸੰਘਰਸ਼ ਛੱਡਣਾ ਚਾਹੁੰਦੇ ਨੇ, ਪਰ ਜਦੋਂ ਉਹ ਕੇਂਦਰ ਸਰਕਾਰ ਦੇ ਬੁਲਾਵੇ ਤੇ ਉੱਥੇ ਗਏ ਸੀਗੇ ਤੇ ਕਿਸ ਤਰੀਕੇ ਦਾ ਵਿਵਹਾਰ ਹੈ ਜਿਹੜਾ, ਕਿਸ ਤਰੀਕੇ ਦਾ ਵਰਤਾਓ ਹੈ ਜਿਹੜਾ ਉਹ ਕੇਂਦਰ ਵੱਲੋਂ ਕਿਸਾਨ ਭਰਾਵਾਂ ਦੇ ਨਾਲ, ਕਿਸਾਨ ਜਥੇਬੰਦੀਆਂ ਦੇ ਨਾਲ ਕੀਤਾ ਗਿਆ, ਉਹ ਸੋਮ ਪ੍ਰਕਾਸ਼ ਜੀ ਤੁਹਾਨੂੰ ਯਾਦ ਕਰਨਾ ਚਾਹੀਦਾ ਹੈ।
ਤਕਰੀਬਨ 30 ਜਥੇਬੰਦੀਆਂ ਦੇ ਨੁਮਾਇੰਦੇ ਉੱਥੇ ਗਏ ਸੀਗੇ। ਪ੍ਰਧਾਨ ਮੰਤਰੀ ਜਿਹੜੇ ਰੇਡੀਓ ਤੇ ਹਰ ਰੋਜ਼ ਮਨ ਕੀ ਬਾਤ ਕਰਦੇ ਨੇ, ਉਹਨਾਂ ਨੇ ਤਾਂ ਕੀ ਮਿਲਣਾ ਸੀਗਾ। 8 ਮੰਤਰੀ ਪੰਜਾਬ ਦੇ ਵਿੱਚ ਤਾਂ ਗੱਲਬਾਤ ਕਰਨ ਦੇ ਲਈ, ਕਿਸਾਨਾਂ ਨੂੰ ਸਮਝਾਉਣ ਦੇ ਲਈ ਭੇਜ ਦਿੱਤੇ ਗਏ, ਪਰ ਉੱਥੇ ਮੰਤਰੀ ਇੱਕ ਵੀ ਨਹੀਂ ਮਿਲਦਾ ਹੈਗਾ, ਜਿਹੜਾ ਕਿ ਮੈਂ ਸਮਝਦਾ ਕਿ ਇਕੱਲੇ ਉਹਨਾਂ 29 ਕਿਸਾਨ ਜਥੇਬੰਦੀਆਂ ਦਾ ਅਪਮਾਨ ਨਹੀਂ ਸੀਗਾ, ਉਹ ਸਮੁੱਚੇ ਪੰਜਾਬ ਦਾ ਨੁਕਸਾਨ ਸੀਗਾ। ਸੋ ਇਸ ਕਰਕੇ ਤੁਹਾਡੀ ਸਰਕਾਰ ਦੀ, ਬੀਜੇਪੀ ਦੀ ਕਰਨੀ ਔਰ ਕਥਨੀ ਦੇ ਵਿੱਚ ਫਰਕ ਹੈ। ਇਸ ਕਰਕੇ ਕਿਰਪਾ ਕਰਕੇ ਕਿਸਾਨਾਂ ਨੂੰ ਦਬਕੇ ਮਾਰਨ ਦੀ ਬਜਾਏ, ਉਹਨਾਂ ਨੂੰ ਡਰਾਉਣ ਦੀ ਬਜਾਏ ਜਾਂ ਉਹਨਾਂ ਲਈ ਕਠੋਰ ਸ਼ਬਦਾਵਲੀ ਵਰਤਣ ਦੀ ਬਜਾਏ ਜਾ ਕੇ ਆਪਦੇ ਪ੍ਰਧਾਨ ਮੰਤਰੀ ਨਾਲ, ਆਪਦੀ ਪਾਰਟੀ ਦੇ ਨਾਲ, ਕੇਂਦਰ ਸਰਕਾਰ ਦੇ ਨਾਲ ਗੱਲ ਕਰੋ, ਤਾਂ ਕਿ ਬੈਠ ਕੇ ਇਹ ਜਿਹੜਾ ਸੰਘਰਸ਼ ਘੋਲ ਲੰਬੇ ਸਮੇਂ ਤੋਂ ਚੱਲ ਰਿਹਾ ਹੈ, ਇਹਦਾ ਹੱਲ ਹੈ ਜਿਹੜਾ ਉਹ ਐਮੀਕੇਬਲੀ ਤਰੀਕੇ ਦੇ ਨਾਲ ਉਹ ਕੱਢਿਆ ਜਾ ਸਕੇ, ਤਾਂ ਕਿ ਪੰਜਾਬ ਨੂੰ, ਦੇ ਕਿਸਾਨਾਂ ਨੂੰ, ਆੜਤੀਆਂ ਨੂੰ, ਮਜ਼ਦੂਰਾਂ ਨੂੰ, ਪੰਜਾਬ ਦੇ ਪੇਂਡੂ ਅਰਥਚਾਰੇ ਨੂੰ, ਸਾਰਿਆਂ ਨੂੰ ਬਚਾਇਆ ਜਾ ਸਕੇ। ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਜ਼ਾਦੇ ਰਣਇੰਦਰ ਸਿੰਘ ਮੁਸ਼ਕਲਾਂ ਦੇ ਵਿੱਚ ਘਿਰਦੇ ਨਜ਼ਰ ਆ ਰਹੇ ਨੇ। ਈਡੀ ਵੱਲੋਂ ਉਹਨਾਂ ਨੂੰ 6 ਨਵੰਬਰ ਤੱਕ ਦਫ਼ਤਰ ਵਿੱਚ ਪੇਸ਼ ਹੋ ਕੇ ਜਾਂਚ ਲਈ ਦਸਤਾਵੇਜ਼ ਉਪਲਬਧ ਕਰਵਾਉਣ ਲਈ ਕਿਹਾ ਗਿਆ ਹੈ। ਜੇਕਰ ਉਹ 6 ਨਵੰਬਰ ਨੂੰ ਵੀ ਪੇਸ਼ ਨਹੀਂ ਹੁੰਦੇ ਤਾਂ ਉਹਨਾਂ ਨੂੰ ਈਡੀ ਵੱਲੋਂ ਮੁੜ ਫਿਰ ਸੰਮਨ ਭੇਜੇ ਜਾ ਸਕਦੇ ਨੇ। ਇੱਕ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਮੁਸ਼ਕਿਲਾਂ ਘਟਣ ਦਾ ਨਾਂ ਨਹੀਂ ਲੈ ਰਹੀਆਂ, ਦੂਜੇ ਪਾਸੇ ਉਹਨਾਂ ਦੇ ਪੁੱਤਰ ਰਣਇੰਦਰ ਸਿੰਘ ਮੁਸ਼ਕਿਲਾਂ ਦੇ ਘੇਰੇ 'ਚ ਨੇ। ਜੀ ਹਾਂ, ਈਡੀ ਨੇ ਉਹਨਾਂ ਨੂੰ 6 ਨਵੰਬਰ ਤੱਕ ਦਫ਼ਤਰ 'ਚ ਪੇਸ਼ ਹੋ ਕੇ ਜਾਂਚ ਕਰਵਾਉਣ ਲਈ ਦਸਤਾਵੇਜ਼ ਉਪਲਬਧ ਕਰਵਾਉਣ ਲਈ ਕਿਹਾ ਹੈ। ਜੇਕਰ ਉਹ 6 ਨਵੰਬਰ ਨੂੰ ਪੇਸ਼ ਨਹੀਂ ਹੁੰਦੇ ਤਾਂ ਉਹਨਾਂ ਨੂੰ ਈਡੀ ਵੱਲੋਂ ਮੁੜ ਤੋਂ ਸੰਮਨ ਭੇਜੇ ਜਾ ਸਕਦੇ ਨੇ। ਇਸ ਤਰ੍ਹਾਂ ਮੁਸ਼ਕਿਲ ਦੀ ਤਲਵਾਰ ਕੈਪਟਨ ਸਾਹਿਬ ਦੇ ਪੁੱਤਰ ਤੇ ਲਟਕ ਰਹੀ ਹੈ। ਜ਼ਿਕਰਯੋਗ ਹੈ ਕਿ ਵਿਦੇਸ਼ਾਂ 'ਚ ਰਣਇੰਦਰ ਦੇ ਬੈਂਕ ਖਾਤਿਆਂ ਤੇ ਬ੍ਰਿਟਿਸ਼ ਆਈਸਲੈਂਡ 'ਚ ਟਰਸਟ ਬਣਾਉਣ ਦੇ ਮਾਮਲੇ ਨੂੰ ਲੈ ਕੇ ਫੇਮਾ ਦੇ ਤਹਿਤ ਇਨਕਮ ਟੈਕਸ ਵਿਭਾਗ ਵੱਲੋਂ ਚੱਲ ਰਹੀ ਜਾਂਚ ਤੋਂ ਬਾਅਦ ਈਡੀ ਨੇ ਵੀ ਇਸ ਮਾਮਲੇ 'ਚ ਜਾਂਚ ਸ਼ੁਰੂ ਕੀਤੀ ਹੈ। ਦੱਸ ਦਈਏ ਕਿ ਪਹਿਲਾਂ ਵੀ ਈਡੀ ਨੇ ਰਣਇੰਦਰ ਸਿੰਘ ਨੂੰ ਸੰਮਨ ਭੇਜ ਕੇ 27 ਅਕਤੂਬਰ ਨੂੰ ਈਡੀ ਦਫ਼ਤਰ 'ਚ ਪੇਸ਼ ਹੋਣ ਲਈ ਕਿਹਾ ਸੀ, ਪਰ ਉਸ ਸਮੇਂ ਵੀ ਉਹ ਪੇਸ਼ ਨਹੀਂ ਹੋਏ। ਇਹ ਸਾਰੀ ਜਾਣਕਾਰੀ ਰਣਇੰਦਰ ਸਿੰਘ ਦੇ ਵਕੀਲ ਜੈਵੀਰ ਸਿੰਘ ਸ਼ੇਰਗਿੱਲ ਨੇ 27 ਨੂੰ ਟਵੀਟ ਕਰਕੇ ਦਿੱਤੀ ਸੀ। ਦੇਖੋ। My client, Shri Raninder Singh, was summoned to be present before the Enforcement Directorate Jalandhar today. My client is also the president of National Rifle Association of India and has been called to a parliamentary standing committee meeting in the Rajya Sabha today. On this ground, my client has sought a short adjournment and also has sought details from the ED in regard to which case he has been summoned, as the summons are absolutely vague and do not disclose any details. ਇਹ ਸਾਰੀ ਜਾਣਕਾਰੀ ਰਣਇੰਦਰ ਸਿੰਘ ਦੇ ਵਕੀਲ ਜੈਵੀਰ ਸਿੰਘ ਸ਼ੇਰਗਿੱਲ ਨੇ 27 ਨੂੰ ਟਵੀਟ ਕਰਕੇ ਦਿੱਤੀ ਸੀ। ਪਹਿਲਾਂ ਦੇਖੋ ਰਣਇੰਦਰ ਸਿੰਘ ਦੇ ਵਕੀਲ ਦਾ ਟਵੀਟ 'ਚ ਉਹ ਲਿਖਦੇ ਨੇ ਕਿ ਮੇਰੇ ਮੁਵੱਕਲ ਰਣਇੰਦਰ ਸਿੰਘ ਨੇ ਮੁਲਤਵੀ ਹੋਣ ਦੀ ਮੰਗ ਕੀਤੀ ਹੈ ਕਿਉਂਕਿ ਉਸ ਨੂੰ ਓਲੰਪਿਕ ਖੇਡਾਂ ਵਿੱਚ 2021 ਦੇ ਸੰਬੰਧ ਵਿੱਚ ਸੰਸਦੀ ਕਮੇਟੀ ਅੱਗੇ ਪੇਸ਼ ਹੋਣ ਦੀ ਜ਼ਰੂਰਤ ਹੈ। ਹੋਰ ਕੀ ਲਿਖਦੇ ਨੇ ਟਵੀਟ ਦੇ ਵਿੱਚ ਤੁਸੀਂ ਖੁਦ ਹੀ ਦੇਖ ਲਵੋ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਵਾਰ ਫਿਰ ਕੈਪਟਨ ਅਮਰਿੰਦਰ ਸਿੰਘ ਸੰਬੰਧਤ ਇੱਕ ਤਿੱਖਾ ਤੇ ਵਿਵਾਦਿਤ ਬਿਆਨ ਦਿੱਤਾ ਹੈ। ਸੁਖਬੀਰ ਬਾਦਲ ਨੇ ਕੈਪਟਨ ਰਾਜ ਖੋਲ੍ਹਦੇ ਹੋਏ ਕਿਹਾ ਕਿ ਜਲਦੀ ਹੀ ਕੈਪਟਨ ਅਮਰਿੰਦਰ ਸਿੰਘ ਕਾਂग्रेस ਨੂੰ ਛੱਡ ਕੇ बीजेपी ਵਿੱਚ शामिल हो जाएंगे। कैसे कांग्रेस टूट रही है, कैसे डिफेक्शन हो रही है, डोंट बी सरप्राइज्ड ये कैप्टन कांग्रेस ਨੂੰ ब्रेकअप करके बीजेपी ਨਾਲ ਚੱਲ ਜਾਏ ਅਲਾਈਅੰਸ। ਸਰ ਇੱਕ ਮੇਰਾ ਸਵਾਲ ਹੈ ਜੀ। ਹਾਂਜੀ ਸਰ, ਸੈਂਟਰ ਦੀ ਸਰਕਾਰ ਨੇ ਇੱਕ 18 ਮੈਂਬਰ ਕਮਿਸ਼ਨ ਬਣਾਇਆ ਹੈ ਜਿਹੜਾ ਕਿ ਫਾਰਮ ਫਾਇਰਸ ਨੂੰ ਦੇ ਕੇਸਿਸ ਨੂੰ ਡੀਲ ਕਰੇਗਾ। ਹਾਂਜੀ ਉਹਦੇ ਵਿੱਚ 5 ਸਾਲ ਦੀ ਸਜ਼ਾ ਤੇ 1 ਕਰੋੜ ਰੁਪਏ ਜੁਰਮਾਨਾ ਹੈ। ਉਹ ਸਿੱਧਾ ਕਿਸਾਨਾਂ ਨੂੰ ਇੱਕ ਕਰਦਾ। ਤੁਸੀਂ ਇਹ ਨਵੇਂ ਡਿਵੈਲਪਮੈਂਟ ਨੂੰ ਕਿਵੇਂ ਦੇਖਦੇ ਹੋ ਜੀ? ਮੈਂ ਉਹੀ ਕਹਿ ਰਿਹਾ, ਜਿਹੜੇ ਕਾਨੂੰਨ, ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਸੈਂਟਰ ਦੀ ਸਰਕਾਰ ਜਿਹੜੇ ਕਾਨੂੰਨ ਬਣਾ ਰਹੀ ਹੈ ਬਗੈਰ ਸੋਚੇ ਸਮਝੇ, ਬਗੈਰ ਪ੍ਰੈਕਟੀਕਲ ਨੂੰ ਦੇਖ ਕੇ, ਜ਼ਮੀਨ ਨਾਲ ਜੁੜੇ ਹੋਏ ਕਾਨੂੰਨ ਨਹੀਂ ਹੈ। ਜੋ ਜ਼ਮੀਨ 'ਚ ਹਾਲਾਤ ਹੈ ਉਹਨਾਂ ਨੂੰ ਸਮਝਣ ਵਾਲੇ ਕਾਨੂੰਨ ਨਹੀਂ ਹੈ। ਜਿਵੇਂ 3 ਐਗਰੀਕਲਚਰ ਕਾਨੂੰਨ ਬਣਾਏ ਹੈ ਉਵੇਂ ਹੀ ਆਪ ਬਣਾਤਾ। ਕਿਹੜੇ ਕਿਸਾਨ ਕੋਲੇ 1 ਕਰੋੜ ਰੁਪਇਆ ਦੇਣ ਦਾ? ਵਿਚਾਰੇ ਦੀ ਜ਼ਮੀਨ ਜੇ 1 ਏਕੜ ਜ਼ਮੀਨ ਹੈ
ਉਹਨੂੰ ਉਹਦੇ ਕਰੋੜ ਰੁਪਏ ਜੁਰਮਾਨਾ ਲਾਓਗੇ? ਬਗੈਰ ਸੋਚੇ ਸਮਝੇ ਜਿਹੜੇ ਕਾਨੂੰਨ ਬਣਾ ਰਹੇ ਆ, ਤਾਈਓ ਦੇਸ਼ ਵਿੱਚ ਰਿਐਕਸ਼ਨ ਹੋ ਰਿਹਾ। ਹੁਣ ਪੰਜਾਬ ਦੇ ਪਹਿਲੇ ਕਿਸਾਨ ਨੂੰ ਕਹੋਗੇ ਤੁਹਾਡੀਆਂ ਫਸਲਾਂ ਕਾਰਪੋਰੇਟ ਲੈ ਜਾਣਗੇ, ਤੇ ਹੁਣ ਤੁਸੀਂ ਡਰਾ ਰਹੇ ਹੋ ਕਿ ਜੇ ਤੁਸੀਂ ਅੱਗ ਲਈ ਕਰੋੜ ਰੁਪਇਆ ਤੁਹਾਡਾ ਜਾਊਗਾ। ਇਹਦਾ ਕਰੋੜ ਰੁਪਇਆ ਦਾ ਮਤਲਬ ਹੈ ਤੁਹਾਡੀ ਸਾਰੀ ਜ਼ਮੀਨ ਜਾਇਦਾਦ ਤੁਹਾਡੇ ਬਜ਼ੁਰਗਾਂ ਦੀ ਸਾਰੀ ਅਸੀਂ ਲੈ ਲਾਂਗੇ। ਕਿ ਡਰਾ ਕੇ ਕੰਮ ਨਹੀਂ ਹੁੰਦੇ। ਜੇ ਸੈਂਟਰ ਸਰਕਾਰ ਸਹੀ ਮੈਨੇ ਤੇ ਅੱਗ ਦੀ ਜਿਹੜੀ ਫਾਰਮ ਫਾਇਰ ਦੀ ਸੋਲੂਸ਼ਨ ਚਾਹੁੰਦੀ ਹੈ, ਅਨਾਉਂਸ ਕਰ ਕਿ ਅਸੀਂ 3000 ਰੁਪਏ ਕਿੱਲਾ ਹਰ ਉਸ ਕਿਸਾਨ ਨੂੰ ਦੇਵਾਂਗੇ ਜਿਹੜਾ ਅੱਗ ਨਹੀਂ ਲਾਊਗਾ। ਆਪਣੇ ਆਪ ਕਿਸਾਨ 3000 ਰੁਪਏ ਲੈ ਕੇ ਨਹੀਂ ਕਰਨਗੇ। ਤੁਸੀਂ 3000 ਦੇਣ ਦੀ ਬਜਾਏ ਤੁਸੀਂ ਕਹਿੰਦੇ ਕਿ ਅਸੀਂ ਤੁਹਾਡੇ ਤੇ ਕਰੋੜ ਰੁਪਏ ਲਾਵਾਂਗੇ। ਐਂਡ ਡਰਾ ਕੇ ਡੈਮੋਕ੍ਰੇਸੀ 'ਚ ਨਹੀਂ ਕੰਮ ਹੁੰਦਾ। ਆ ਕੋਈ ਡਿਕਟੇਟਰਸ਼ਿਪ ਦਾ ਰਾਜ ਨਹੀਂ। ਬੀਤੇ ਦਿਨੀ ਐਸਜੀਪੀਸੀ ਦੇ ਮੁੱਖ ਦਫ਼ਤਰ ਬਾਹਰ ਐਸਜੀਪੀਸੀ ਦੀ ਟਾਸਕ ਫੋਰਸ ਤੇ ਸਿੱਖ ਜਥੇਬੰਦੀਆਂ ਤੇ ਸਤਕਾਰ ਕਮੇਟੀ ਦੇ ਆਗੂਆਂ ਵਿਚਾਲੇ ਖੂਨੀ ਝੜਪ ਹੋਈ ਸੀ। ਝੜਪ 'ਚ ਜ਼ਖਮੀ ਹੋਏ ਸੇਵਾਦਾਰਾਂ ਦਾ ਹਾਲ ਜਾਣਨ ਲਈ ਵਿਰਸਾ ਸਿੰਘ ਵਲਟੋਹਾ ਪਹੁੰਚੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਲਟੋਹਾ ਨੇ 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ ਵਿੱਚ ਸਤਕਾਰ ਕਮੇਟੀ ਤੇ ਸਿੱਖ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਨੂੰ ਕਾਂਗਰਸ ਦੀ ਸ਼ਹਿ ਉੱਤੇ ਕੀਤਾ ਜਾ ਰਿਹਾ ਪ੍ਰਦਰਸ਼ਨ ਕਰਾਰ ਦਿੱਤਾ। अंदर कमरे च सब कुछ मनते रहे, आप बर्दाश्त करने नहीं गए। वो किसी गलत जगह ते नहीं गए, संगत कोले गए और भेटा सिर्फ जेब विच पाउण दी खातर जिहड़ा मुलाजमां ने जिहड़ी है बेईमानी की। ਬੀਤੀ 24 ਅਕਤੂਬਰ ਨੂੰ ਸ਼੍ਰੀ ਦਰਬਾਰ ਸਾਹਿਬ ਦੇ ਪਰਿਸਰ ਵਿੱਚ ਐਸਜੀਪੀਸੀ ਦੀ ਟਾਸਕ ਫੋਰਸ ਅਤੇ ਸਿੱਖ ਜਥੇਬੰਦੀਆਂ ਵਿਚਕਾਰ ਖੂਨੀ ਝੜਪ ਹੋਈ ਸੀ, ਜਿਸ ਵਿੱਚ ਦੋਵਾਂ ਧਿਰਾਂ ਦੇ ਸਿੰਘਾਂ ਨੂੰ ਗੰਭੀਰ ਸੱਟਾਂ ਲੱਗੀਆਂ ਸਨ ਅਤੇ ਸ਼੍ਰੋਮਣੀ ਦੀ ਟਾਸਕ ਫੋਰਸ ਤੇ ਜ਼ਖਮੀ ਹੋਏ ਸੇਵਾਦਾਰ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਗੁਰੂ ਰਾਮਦਾਸ ਹਸਪਤਾਲ ਦਾਖਲ ਕਰਵਾਏ ਗਏ, ਜਿੱਥੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਤੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਪਹੁੰਚੇ ਤੇ ਜ਼ਖਮੀ ਹੋਏ ਐਸਜੀਪੀਸੀ ਦੇ ਸੇਵਾਦਾਰਾਂ ਦਾ ਹਾਲ ਜਾਣਿਆ। ਇਸ ਮੌਕੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋ 328 ਪਾਵਨ ਸਰੂਪ ਲਾਪਤਾ ਹੋਣ ਦੇ ਮਾਮਲੇ ਵਿੱਚ ਸਤਕਾਰ ਕਮੇਟੀ ਤੇ ਸਿੱਖ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ, ਉਹ ਪ੍ਰਦਰਸ਼ਨ ਕਾਂਗਰਸ ਦੀ ਸ਼ਹਿ ਤੇ ਅਤੇ ਕਾਂਗਰਸੀਆਂ ਵੱਲੋਂ ਕਰਵਾਇਆ ਜਾ ਰਿਹਾ ਸੀ। ਦਰਬਾਰ ਸਾਹਿਬ ਦੀ ਹਦੂਦ ਦੇ ਅੰਦਰ ਅਤ ਨਿੰਦਾਜਨਕ ਹੈ ਔਰ ਜਿਸ ਤਰੀਕੇ ਦੇ ਨਾਲ ਉੱਥੇ ਕਾਂਗਰਸ ਨੇ ਗੇਮ ਖੇਡੀ, ਸਿਆਸਤ ਕਰਨੀ ਹੈ ਕਰੋ। ਬੜੇ ਲੰਬੇ ਸਮੇਂ ਤੋਂ ਕਾਂਗਰਸ ਸਿਆਸਤ ਕਰਦੀ ਰਹੀ ਹੈ ਔਰ ਸਿਆਸਤ ਕਰਦੀ ਕਾਂਗਰਸ ਨੇ ਪਹਿਲਾਂ ਪੰਜਾਬ ਨੂੰ ਤਬਾਹ ਕੀਤਾ ਸੀਗਾ। ਭਾਵੇਂ ਉਹਦਾ ਸੇਕ ਜਿਹੜਾ ਆ ਗਾਂਧੀ ਪਰਿਵਾਰ ਨੂੰ ਵੀ ਝੱਲਣਾ ਪਿਆ ਤੇ ਪੰਜਾਬ ਨੂੰ ਵੀ ਝੱਲਣਾ ਪਿਆ, ਪਰ ਬੀਤੇ ਤੋਂ ਸਬਕ ਨਹੀਂ ਸਿੱਖਿਆ ਕਾਂਗਰਸ। ਉਹਨਾਂ ਕਿਹਾ ਕਿ ਜੋ ਉਸ ਦਿਨ ਸਤਕਾਰ ਕਮੇਟੀ ਦੇ ਆਗੂਆਂ ਵੱਲੋਂ ਐਸਜੀਪੀਸੀ ਦੀ ਟਾਸਕ ਫੋਰਸ ਤੇ ਹਮਲਾ ਕੀਤਾ ਗਿਆ ਉਹ ਬਹੁਤ ਮੰਦਭਾਗਾ ਹੈ ਅਤੇ ਜੋ ਸਿੱਖ ਧਰਨੇ ਤੇ ਬੈਠੇ ਸੀ ਉਹ ਐਸਜੀਪੀਸੀ ਦੇ ਦਫ਼ਤਰ 'ਚ ਆ ਕੇ ਸਾਰੀਆਂ ਗੱਲਾਂ ਮੰਨਦੇ ਸਨ, ਲੇਕਿਨ ਬਾਹਰ ਜਾ ਕੇ ਪ੍ਰਦਰਸ਼ਨ ਕਰਨ ਲੱਗ ਜਾਂਦੇ ਸਨ। ਉੱਥੇ ਇਕੱਠ ਵੱਡਾ ਕਰਨ ਦੀ ਕੋਸ਼ਿਸ਼ ਕੀਤੀ ਜਾਂ ਸੰਗਤ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋ ਕਦਮ ਚੁੱਕਿਆ ਤਾਂ ਵਾਪਸ ਲੈ ਲਿਆ, ਤੇ ਆਏ ਤਾਂ ਮੈਮੋਰੈਂਡਮ ਦੇਣ ਵਾਸਤੇ ਸੀ। ਮੈਮੋਰੈਂਡਮ ਦੇਣ ਦੇ ਉੱਤੇ ਹੀ ਉਹ ਆਏ ਸੀਗੇ ਤੇ ਮੈਮੋਰੈਂਡਮ ਦੇਣ ਦੇ ਉੱਥੇ ਆਣ ਕੇ ਧਰਨਾ ਲਾ ਕੇ ਬਹਿ ਗਏ। ਇਹ ਕੋਈ ਸ਼ੋਭਾ ਦਿੰਦਾ ਕਿਸੇ ਸਿੱਖ ਨੂੰ ਵੀ? ਇਹ ਜਿਹੜਾ ਜਿਹੜੀ ਇੱਕ ਸਿੱਖੀ ਸਿਖਾਈ ਪੜ੍ਹੀ ਪੜ੍ਹਾਈ ਸਿੱਖਿਆ ਦੇ ਤਹਿਤ ਸ਼ਾਸਨ ਦੇ ਤਹਿਤ ਉਹ ਉੱਥੇ ਜਿਹੜਾ ਮੈਮੋਰੈਂਡਮ ਦੇ ਨਾਂ ਦੇ ਉੱਤੇ ਆਣ ਕੇ ਧਰਨਾ ਲਾ ਕੇ ਬਹਿ ਗਏ। ਪੁਲਿਸ ਦੇ ਰੋਲ ਬਾਰੇ ਕੀ ਕਹੋਗੇ? ਪੁਲਿਸ ਦੀ ਹਾਜ਼ਰੀ ਚ ਹੋਇਆ ਦੇਖੋ, ਪੁਲਿਸ ਜਿਹੜੀ ਆ ਉਹ ਤੇ ਸਰਕਾਰ ਦੇ ਇਸ਼ਾਰਿਆਂ ਤੇ ਚੱਲਦੀ ਹੈ। ਉਹ ਜਦੋਂ ਕੈਪਟਨ ਸਰਕਾਰ ਦੇ ਇਸ਼ਾਰੇ ਉਹਨਾਂ ਨੂੰ ਇਹ ਸੀਗੇ ਕਿ ਤੁਸੀਂ ਇਹਨਾਂ ਨੂੰ ਹੀ ਪ੍ਰੋਟੈਕਟ ਕਰਨਾ ਹੈ, ਇਹਨਾਂ ਦੇ ਨਾਲ ਖੜਨਾ ਹੈ, ਤੇ ਅਖੀਰ ਤੱਕ ਉਹਨਾਂ ਖੜਨ ਦੀ ਕੋਸ਼ਿਸ਼ ਕੀਤੀ ਹੈ। ਉਹ ਅਸੀਂ ਲਾਂਭਾ ਦਿੰਦੇ ਨਹੀਂ ਪੁਲਿਸ ਦੇ ਵਿਚਾਰੇ ਦੀ ਵਾਸਤੀ ਗੱਲ ਨਹੀਂ। ਜੇ ਅੱਜ ਮੁਕੱਦਮਾ ਦਰਜ ਹੋਇਆ ਤਾਂ ਕੋਈ ਪੁਲਿਸ ਨੇ ਥੋੜ੍ਹੀ ਕੀਤਾ ਹੈ, ਇਹ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਕਰਵਾਇਆ, ਕਾਂਗਰਸ ਹਕੂਮਤ ਨੇ ਕਰਾਇਆ। ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲੇ ਦਿਨ ਤੋਂ ਲੈ ਕੇ 14 ਸਤੰਬਰ ਤੋਂ ਲੈ ਕੇ ਹੀ ਹੱਥ ਵੀ ਜੋੜਦੀ ਰਹੀ ਹੈ, ਮੀਟਿੰਗਾਂ ਵੀ ਕਰਦੀ ਰਹੀ ਹੈ, ਸਮਝਾਉਂਦੀ ਵੀ ਰਹੀ ਹੈ ਕਿ ਸੋਭਾ ਨਹੀਂ ਦਿੰਦਾ ਆਪਾਂ ਉੱਠ ਜੀ, ਔਰ ਉਹਨਾਂ ਦੀ ਸੇਵਾ ਵੀ ਕਰਦੀ ਰਹੀ ਹੈ ਕਿ ਜੇ ਬੈਠੇ ਜੇ ਤਾਂ ਸਾਡਾ ਫਰਜ਼ ਬਣਦਾ ਤੁਸੀਂ ਇੱਥੇ ਆਏ ਜੇ, ਲੰਗਰ ਵੀ ਛਕਾਉਂਦੀ ਰਹੀ ਹੈ, ਕਮਰੇ ਵੀ ਦਿੱਤੇ। ਸਿਮਰਜੀਤ ਸਿੰਘ ਬੈਂਸ ਨੇ ਬੀਤੇ ਕੱਲ ਇੱਕ ਐਲਾਨ ਕੀਤਾ ਹੈ। ਐਲਾਨ ਮੁਤਾबिक ਉਹ ਪੰਜਾਬ ਦੇ
ਹੱਕਾਂ ਨੂੰ ਬਚਾਉਣ ਲਈ 16 ਨਵੰਬਰ ਤੋਂ 19 ਨਵੰਬਰ ਤੱਕ ਅਧਿਕਾਰ ਯਾਤਰਾ ਕੱਢਣਗੇ। ਇਸ ਯਾਤਰਾ ਵਿੱਚ ਉਹ 700 ਕਿਲੋਮੀਟਰ ਦਾ ਸਫ਼ਰ ਤੈਅ ਕਰ 9 ਜ਼ਿਲ੍ਹਿਆਂ ਨੂੰ ਕਵਰ ਕਰਨਗੇ। ਇਹ ਯਾਤਰਾ ਚੰਡੀਗੜ੍ਹ ਵਿਧਾਨ ਸਭਾ ਆ ਕੇ ਖਤਮ ਹੋਵੇਗੀ। ਦੇਖੋ ਪੂਰੀ ਖਬਰ। ਸਾਡਾ ਪਾਣੀ ਸਾਡਾ ਨਾਰਾ ਹੋ ਗਿਆ ਯਾਤਰਾ। ਉਹ ਯਾਤਰਾ ਜਿਹਦਾ ਨਾਮ ਪੰਜਾਬ ਅਧਿਕਾਰ ਯਾਤਰਾ, ਉਹ ਯਾਤਰਾ ਜਿਹਦਾ ਨਾਰਾ ਹੈਗਾ ਸਾਡਾ ਖੇਤ ਸਾਡਾ ਪਾਣੀ ਸਾਡਾ ਹੱਕ। ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਆਪਣੀ ਰੋਜ਼ੀ ਰੋਟੀ ਤੇ ਹੱਕਾਂ ਲਈ ਉਹ ਸੜਕਾਂ ਤੇ ਨੇ, ਪਰ ਕੇਂਦਰ ਸਰਕਾਰ ਦੇ ਕੰਨ ਤੇ ਜੂੰ ਤੱਕ ਨਹੀਂ ਸਰਕ ਰਹੀ। ਇਸੇ ਦੌਰਾਨ ਰਾਜਨੀਤਿਕ ਪਾਰਟੀਆਂ ਵੀ ਆਪਣੀ ਸਿਆਸੀ ਰੋਟੀਆਂ ਸੇਕਣ 'ਚ ਲੱਗੀਆਂ ਹੋਈਆਂ ਨੇ। ਕਿਸਾਨਾਂ ਪ੍ਰਤੀ ਸਿਆਸਤਦਾਨਾਂ ਦਾ ਦਰਦ ਹੈ ਜਾਂ ਸਿਆਸਤ, ਇਹ ਗੱਲ ਕਿਸੇ ਤੋਂ ਵੀ ਲੁਕੀ ਨਹੀਂ। ਹੁਣ ਕਿਸਾਨਾਂ ਦੇ ਹੱਕ ਦੇ ਵਿੱਚ ਸਿਮਰਜੀਤ ਸਿੰਘ ਬੈਂਸ ਨੇ ਬੀਤੇ ਕੱਲ੍ਹ ਇੱਕ ਵੱਡਾ ਐਲਾਨ ਕੀਤਾ ਹੈ। ਐਲਾਨ ਇਹ ਹੈ ਕਿ ਉਹ ਪੰਜਾਬ ਦੇ ਹੱਕਾਂ ਨੂੰ ਬਚਾਉਣ ਲਈ 16 ਨਵੰਬਰ ਤੋਂ ਲੈ ਕੇ 19 ਨਵੰਬਰ ਤੱਕ ਅਧਿਕਾਰ ਯਾਤਰਾ ਕੱਢਣਗੇ। ਜੀ ਹਾਂ, ਇਸ ਯਾਤਰਾ 'ਚ ਉਹ 700 ਕਿਲੋਮੀਟਰ ਦਾ ਸਫ਼ਰ ਤੈਅ ਕਰ 9 ਜ਼ਿਲ੍ਹਿਆਂ ਨੂੰ ਕਵਰ ਕਰਨਗੇ ਅਤੇ 21 ਲੱਖ ਲੋਕਾਂ ਦੇ ਹਸਤਾਖਰ ਕਰਵਾਏ ਜਾਣਗੇ। ਦੱਸ ਦਈਏ ਕਿ ਇਹ ਯਾਤਰਾ ਚੰਡੀਗੜ੍ਹ ਵਿਧਾਨ ਸਭਾ ਤੇ ਆ ਕੇ ਖਤਮ ਹੋਵੇਗੀ। ਇਸ ਮੌਕੇ ਬੈਂਸ ਨੇ ਮੀਡੀਆ ਸਾਹਮਣੇ ਮੋਦੀ ਨੂੰ ਖੂਬ ਸ਼ਬਦੀ ਚਪੇੜਾਂ ਮਾਰੀਆਂ। ਲੋਕ ਇਨਸਾਫ ਪਾਰਟੀ ਨੇ ਅੱਜ ਉਹ ਯਾਤਰਾ ਜਿਹੜੀ ਸੰਵਿਧਾਨਕ ਸੂਬਿਆਂ ਨੂੰ ਮਿਲੇ ਹੋਏ ਹੱਕਾਂ ਦੇ ਉੱਤੇ ਕੇਂਦਰ ਸਰਕਾਰ ਦੇ ਚਲਾਏ ਹੋਏ ਕੁਹਾੜੇ ਦੇ ਵਿਰੁੱਧ ਹੈਗੀ ਆ, ਉਹ ਯਾਤਰਾ ਜਿਹਦਾ ਨਾਮ ਪੰਜਾਬ ਅਧਿਕਾਰ ਯਾਤਰਾ, ਉਹ ਯਾਤਰਾ ਜਿਹਦਾ ਨਾਰਾ ਹੈਗਾ ਸਾਡਾ ਖੇਤ ਸਾਡਾ ਪਾਣੀ ਸਾਡਾ ਹੱਕ। ਮਿਤੀ 16 ਨਵੰਬਰ 2020 ਦਿਨ ਸੋਮਵਾਰ ਤੇ ਸਮਾਪਤੀ ਦਾ ਦਿਨ ਹੈਗਾ 19 ਨਵੰਬਰ ਦਿਨ ਵੀਰਵਾਰ। ਔਰ ਇਹ ਤਕਰੀਬਨ 9 ਜ਼ਿਲ੍ਹਿਆਂ ਦੇ ਵਿੱਚੋਂ ਦੀ ਹੁੰਦੀ ਹੋਈ ਯਾਤਰਾ ਚੰਡੀਗੜ੍ਹ ਪੰਜਾਬ ਵਿਧਾਨ ਸਭਾ ਸਮਾਪਤ ਹੋਈ ਜਾ ਕੇ। ਯਾਤਰਾ ਦਾ ਮਕਸਦ ਤੇ ਮਨੋਰਥ ਮੈਂ ਤੁਹਾਡੇ ਨਾਲ ਵਰਣਨ ਕਰਦੇ ਹਾਂ ਕਿ ਜਿੱਥੋਂ ਪੰਜਾਬ ਦੇ ਨਾਲ ਨਾਇਨਸਾਫੀ ਸ਼ੁਰੂ ਹੁੰਦੀ ਹੈ। ਦੋਸਤੋ, ਸਾਡਾ ਸੰਘੀ ਢਾਂਚਾ ਮੁਲਕ ਆ, ਫੈਡਰਲ ਸਿਸਟਮ ਸਾਡਾ ਦੇਸ਼ ਹੈਗਾ। ਇਹ ਵੱਡੇ ਦੇਸ਼ ਨੂੰ ਚਲਾਉਣ ਵਾਸਤੇ ਸੰਵਿਧਾਨਕ ਤੌਰ ਦੇ ਉੱਤੇ ਕੇਂਦਰ ਤੇ ਰਾਜਾਂ ਦੀਆਂ ਸ਼ਕਤੀਆਂ ਦੀ ਵੰਡ ਕੀਤੀ ਗਈ ਹੈ ਤਾਂ ਜੋ ਕੇਂਦਰ ਤੇ ਰਾਜ ਸਰਕਾਰਾਂ ਦੇ ਸੰਬੰਧ ਸੁਖਾਵੇਂ ਰਹਿਣ, ਆਪਸ ਦੇ ਵਿੱਚ ਕੋਈ ਝਗੜਾ ਨਾ ਹੋਵੇ, ਦੇਸ਼ ਦੀ ਏਕਤਾ ਤੇ ਅਖੰਡਤਾ ਮਜ਼ਬੂਤ ਰਵੇ। ਐਸਾ ਦੂਰਅੰਦੇਸ਼ੀ ਸੋਚ ਸੋਚਦੇ ਹੋਏ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਸਾਨੂੰ ਫੈਡਰਲਿਜ਼ਮ ਕਨਸਟੀਟਿਊਸ਼ਨ ਦੇ ਕੇ ਗਏ, ਸਾਨੂੰ ਸੰਘੀ ਢਾਂਚਾ ਮੁਲਕ ਚਲਾਉਣ ਵਾਸਤੇ ਇੱਕ ਮਹਾਨ ਗ੍ਰੰਥ ਦੇ ਕੇ ਗਏ ਸੰਵਿਧਾਨ ਦੇ ਰੂਪ ਦੇ ਵਿੱਚ। ਅੱਜ ਅਫਸੋਸ ਆ ਕਿ ਪੰਜਾਬ ਦੇ ਨਾਲ ਇਹ ਦੂਜਾ ਵੱਡਾ ਕੁਹਾੜਾ ਉਹਦੇ ਸੰਵਿਧਾਨਕ ਅਧਿਕਾਰਾਂ ਦੇ ਉੱਤੇ ਚੱਲਿਆ। ਖੇਤੀ ਸੁਧਾਰ ਕਾਨੂੰਨ ਦੇ ਰੂਪ ਦੇ ਵਿੱਚ ਸੰਵਿਧਾਨਕ ਅਧਿਕਾਰ ਜਿਹੜੇ ਸੂਬਿਆਂ ਨੂੰ ਮਿਲੇ ਆ, ਜਦੋਂ 7ਵਾਂ ਸ਼ਡਿਊਲ ਉਹਦੀ 14ਵੀਂ ਐਂਟਰੀ ਪੜ੍ਹਦੇ ਆ ਤੇ ਖੇਤੀਬਾੜੀ ਜਿਹੜਾ ਸਬਜੈਕਟ ਆ, ਔਰ 28ਵਾਂ ਜਿਹੜਾ ਉਹਦਾ ਰੂਲ ਹੈਗਾ ਖੇਤੀਬਾੜੀ ਉਪਜ ਦਾ ਮੰਡੀਕਰਨ, ਇਹ ਦੋਨੋਂ ਸੂਬਿਆਂ ਦੇ ਅਧਿਕਾਰ ਆ। ਖੇਤੀਬਾੜੀ ਦੇ ਉੱਤੇ ਕਾਨੂੰਨ ਬਣਾਉਣਾ, ਖੇਤੀਬਾੜੀ ਉਪਜ ਦੇ ਮੰਡੀਕਰਨ ਦੇ ਉੱਤੇ ਕਾਨੂੰਨ ਬਣਾਉਣਾ, ਇਹ ਸੂਬਿਆਂ ਦਾ ਅਧਿਕਾਰ ਆ। ਅੱਜ ਅਫਸੋਸ ਆ ਕਿ ਦੇਸ਼ ਦੀ ਸਰਕਾਰ ਨੇ, ਮੋਦੀ ਗਵਰਨਮੈਂਟ ਨੇ ਪੰਜਾਬ ਦੀ ਆਰਥਿਕਤਾ ਨੂੰ ਕਮਜ਼ੋਰ ਕਰਨ ਲਈ, ਤੋੜਨ ਵਾਸਤੇ ਸੂਬੇ ਦੇ ਮਿਲੇ ਸੰਵਿਧਾਨਕ ਅਧਿਕਾਰ ਦੇ ਉੱਤੇ ਬਹੁਤ ਵੱਡਾ ਡਾਕਾ ਮਾਰਦੇ ਹੋਏ ਖੇਤੀ ਸੁਧਾਰ ਕਾਨੂੰਨ ਹੋਂਦ ਦੇ ਵਿੱਚ ਲੈ ਆਂਦਾ, ਜਿਹਦੇ ਵਾਸਤੇ ਅੱਜ ਇਕੱਲਾ ਕਿਸਾਨ ਤੇ ਮਜ਼ਦੂਰ ਨਹੀਂ, ਅੱਜ ਸਮੂਹ ਪੰਜਾਬੀ ਇੱਕ ਪਲੇਟਫਾਰਮ ਤੇ ਆ। ਚਾਹੇ ਉਹ ਰੇਹੜੀ ਰਿਕਸ਼ਾ ਚਲਾਉਣ ਵਾਲਾ, ਚਾਹੇ ਉਹ ਦੁਕਾਨਦਾਰ ਹੈ, ਉਹ ਇੰਡਸਟਰੀਲਿਸਟ ਹੈ, ਵਪਾਰੀ ਹੈ, ਅੱਜ ਸਮੂਹ ਪੰਜਾਬੀਆਂ ਦਾ ਏਕਾ ਮੋਦੀ ਸਰਕਾਰ ਤੋਂ ਬਾਰ-ਬਾਰ ਮੰਗ ਕਰਦਾ ਹੈ, ਰਸਤਿਆਂ ਦੇ ਉੱਤੇ ਰਾਤਾਂ ਗੁਜ਼ਾਰ ਕੇ, ਰੇਲਵੇ ਲਾਈਨਾਂ ਦੇ ਉੱਤੇ ਰਾਤਾਂ ਗੁਜ਼ਾਰ ਕੇ, ਕਿ ਇਹ ਪੰਜਾਬ ਦੀ ਆਰਥਿਕਤਾ ਨੂੰ ਤੋੜਨ ਵਾਲਾ ਕਾਨੂੰਨ ਖਤਮ ਕੀਤਾ ਜਾਵੇ ਤੇ
ਇਸ ਤੋਂ ਪਹਿਲਾਂ ਕਹਿਣ ਨੂੰ ਤਾਂ ਇਹ ਸਾਰਾ ਕੁਝ ਉਹ ਕਿਸਾਨਾਂ ਅਤੇ ਲੋਕਾਂ ਦੇ ਹੱਕਾਂ ਲਈ ਕਰ ਰਹੇ ਨੇ, ਪਰ ਅਲੱਗ ਕਿਉਂ ਕਿਸਾਨਾਂ ਨਾਲ ਧਰਨੇ ਤੇ ਬੈਠੇ ਸਿਆਸਤਦਾਨ ਉਹਨਾਂ ਦਾ ਸਾਥ ਕਿਉਂ ਨਹੀਂ ਦਿੰਦੇ? ਇਹ ਵੱਡੇ ਸਵਾਲ ਹਰ ਇੱਕ ਦੇ ਮਨ 'ਚ ਉੱਠਦੇ ਨੇ, ਪਰ ਇਹਨਾਂ ਦਾ ਜਵਾਬ ਕਿਸੇ ਕੋਲ ਨਹੀਂ। ਬਰਨਾਲਾ ਦੇ ਪਿੰਡ ਦਾਨਗੜ੍ਹ ਤੋਂ ਇੱਕ ਇਨਸਾਨੀਅਤ ਨੂੰ ਸ਼ਰਮਸ਼ਾਰ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਮਹਿਜ਼ 4 ਸਾਲਾਂ ਦੀ ਮਾਸੂਮ ਬੱਚੀ ਨੂੰ 17 ਸਾਲਾਂ ਦੇ ਹਵਸੀ ਨੌਜਵਾਨ ਨੇ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ। ਪੁਲਿਸ ਨੇ ਆਰੋਪੀ ਖਿਲਾਫ ਮਾਮਲਾ ਦਰਜ ਕਰ ਲਿਆ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ। ਪਿੰਡ ਦੇ ਸਰਪੰਚ ਨੇ ਕਿਹਾ ਕਿ ਮੈਂ ਲੜਕੇ ਨੂੰ ਸਜ਼ਾ ਦਿਵਾ ਕੇ ਹੀ ਹਟਾਂਗਾ, क्योंकि गरीब घर की लड़की जिस नाल बलात्कार होया जी। लड़की 4 साल की ते लड़का 16-17 साल का लड़का जी। ਇਹ ਹੱਸਦੀਆਂ ਖੇਡਦੀਆਂ ਛੋਟੀਆਂ ਮਾਸੂਮ ਬਾਲੜੀਆਂ, ਇਹ ਮਾਸੂਮ ਨੇ, ਬੇਖਬਰ ਨੇ। ਇਹਨਾਂ ਨੂੰ ਇਹ ਨਹੀਂ ਪਤਾ ਕਿ ਕਦੋਂ ਕੋਈ ਵਹਿਸ਼ੀ ਦਰਿੰਦਾ ਕਦੋਂ ਇਹਨਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਲਵੇ ਅਤੇ ਕਦੋਂ ਇਹਨਾਂ ਦੇ ਹਾਸੇ ਖੋਹ ਲਵੇ। ਪਰ ਦਰਿੰਦੇ ਤਾਂ ਹਮੇਸ਼ਾ ਕੁੱਤੇ ਵਾਂਗ ਸੇਧ ਲਗਾ ਕੇ ਰੱਖਦੇ ਨੇ, ਜਦੋਂ ਵੀ ਮੌਕਾ ਮਿਲਦਾ ਹੈ ਝਪਟ ਮਾਰ ਦਿੰਦੇ ਨੇ। ਕੁਝ ਇਸੇ ਤਰ੍ਹਾਂ ਇਨਸਾਨੀਅਤ ਨੂੰ ਸ਼ਰਮਸਾਰ ਕਰਦਾ ਮਾਮਲਾ ਸਾਹਮਣੇ ਆਇਆ ਬਰਨਾਲਾ ਦੇ ਪਿੰਡ ਦਾਨਗੜ੍ਹ 'ਚੋਂ, ਜਿੱਥੇ ਇਨਸਾਨੀਅਤ ਸ਼ਰਮਸਾਰ ਹੋਈ। ਮਹਿਜ਼ 4 ਸਾਲ ਦੀ ਮਾਸੂਮ ਬੱਚੀ ਨੂੰ ਦਰਿੰਦੇ 17 ਸਾਲ ਦੇ ਹਵਸੀ ਨੌਜਵਾਨ ਨੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਲੋਕਾਂ ਦੀ ਗੰਦੀ ਸੋਚ ਮੁਤਾਬਿਕ ਛੋਟੇ ਕੱਪੜੇ ਪਾਏ ਹੋਣ ਤਾਂ ਬਲਾਤਕਾਰ ਹੁੰਦੇ ਨੇ, ਪਰ ਉਸ ਮਾਸੂਮ ਨੇ ਕਿਹੜੇ ਛੋਟੇ ਕੱਪੜੇ ਪਾਏ ਸੀ ਉਸ ਨੂੰ ਤਾਂ ਬਲਾਤਕਾਰ ਦਾ ਮਤਲਬ ਤੱਕ ਨਹੀਂ ਪਤਾ ਹੋਣਾ। ਪੰਜਾਬ ਅਤੇ ਪੰਜਾਬ ਦੀ ਜਵਾਨੀ ਨਿਗਾਰ ਵੱਲ ਹੈ, ਜਿਸ ਦਾ ਜਿਉਂਦਾ ਜਾਗਦਾ ਸਬੂਤ ਇਹ ਘਟਨਾ ਹੈ। ਪਿੰਡ ਦੇ ਸਰਪੰਚ ਨੇ ਕਿਹਾ ਕਿ ਮੈਂ ਲੜਕੀ ਨੂੰ ਸਜ਼ਾ ਦਿਵਾ ਕੇ ਹਟਾਂਗਾ, ਚਾਹੇ ਜੋ ਹੋ ਜਾਵੇ। ਦੱਸ ਦਈਏ ਕਿ ਲੜਕੀ ਦਲਿਤ ਪਰਿਵਾਰ ਨਾਲ ਸੰਬੰਧਿਤ ਹੈ। ਇਹ ਜਦੋਂ ਮੰਦਭਾਗੀ ਘਟਨਾ ਸਾਡੇ ਪਿੰਡ ਵਾਪਰੀ ਆ, ਇਸ ਸੰਬੰਧ ਅਸੀਂ ਇਸ ਪੱਖ ਦੇ ਵਿੱਚ ਖੜੇ ਹਾਂ ਵੀ ਇਸ ਨੂੰ ਵੱਧ ਤੋਂ ਵੱਧ ਸਜ਼ਾ ਦਿਵਾਈ ਜਾਵੇ, ਕਿਉਂਕਿ ਗਰੀਬ ਘਰ ਦੀ ਲੜਕੀ ਜਿਸ ਨਾਲ ਬਲਾਤਕਾਰ ਹੋਇਆ ਜੀ। ਲੜਕੀ 4 ਸਾਲ ਦੀ ਤੇ ਲੜਕਾ 16-17 ਸਾਲ ਦਾ ਲੜਕਾ ਜੀ, ਜਿਹੜਾ ਉਹ ਲੜਨਾ ਦੇ ਘਰੇ ਗਿਆ ਜੀ, ਉਹਦੇ ਨਾਲ ਬਲਾਤਕਾਰ ਕੀਤਾ ਜੀ। ਅਸੀਂ ਹੁਣ ਪ੍ਰਸ਼ਾਸਨ ਦੇ ਤੋਂ ਮੰਗ ਕਰਦੇ ਹਾਂ ਵੀ ਇਹਨੂੰ ਵੱਧ ਤੋਂ ਵੱਧ ਸਜ਼ਾ ਦਿਵਾਈ ਜਾਵੇ ਜੀ, ਤਾਂ ਕਿ ਅੱਗੇ ਤੋਂ ਇਹ ਜਿਹੀ ਕੋਈ ਘਟਨਾ ਨਾ ਵਾਪਰੇ ਜੀ। ਲੜਕੀ ਉਦਾਸੀ ਜਾਤੀ ਨਾਲ ਸੰਬੰਧ ਰੱਖਦੀ ਹੈ ਜੀ, ਬਹੁਤ ਗਰੀਬ ਪਰਿਵਾਰ ਹੈ ਜੀ। ਲੜਕਾ ਮਹਿਰਾ ਜਾਤੀ ਨਾਲ ਸੰਬੰਧ ਰੱਖਦਾ ਜੀ। ਅਸੀਂ ਲੜਕੀ ਪਰਿਵਾਰ ਨਾਲ ਖੜੇ ਹਾਂ, ਅਸੀਂ ਇਸ ਨੂੰ ਸਜ਼ਾ ਦਿਵਾ ਕੇ ਹਟਾਂਗੇ ਜੀ। ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਕਿ ਇਸ ਨੂੰ ਵੱਧ ਤੋਂ ਵੱਧ ਸਜ਼ਾ, ਤਾਂ ਕਿ ਅੱਗੇ ਤੋਂ ਕੋਈ ਮੰਦਭਾਗੀ ਘਟਨਾ ਨਾ ਵਾਪਰੇ। ਉਧਰ ਪੁਲਿਸ ਨੇ ਇਸ ਘਟਨਾ ਨੂੰ ਦੁਖਦਾਈ ਦੱਸਦੇ ਹੋਏ ਪੂਰੀ ਜਾਣਕਾਰੀ ਦਿੱਤੀ ਕਿ ਕਿਵੇਂ ਦਰਿੰਦੇ ਨੇ ਘਟਨਾ ਨੂੰ ਅੰਜਾਮ ਦਿੱਤਾ। ਦਲਿਤ ਪਰਿਵਾਰ ਨਾਲ ਸੰਬੰਧਿਤ ਬੱਚੀ ਨਾਲ ਹੀ ਬਲਾਤਕਾਰ ਕਿਉਂ? ਇਹ ਸਵਾਲ ਹੈ, ਜਵਾਬ ਤੁਸੀਂ ਦੇਣਾ ਹੈ ਕਮੈਂਟ ਬਾਕਸ ਵਿੱਚ। ਦੁਖਦਾਈ ਮੰਦਭਾਗੀ ਘਟਨਾ ਪਿੰਡ ਦਾਨਗੜ੍ਹ 'ਚ ਵਾਪਰੀ ਹੈ। ਇੱਕ 4 ਸਾਲਾਂ ਦੀ ਬੱਚੀ ਦੇ ਨਾਲ ਰੇਪ ਹੋਇਆ ਹੈਗਾ। ਉਹਦੇ ਸੰਬੰਧ ਵਿੱਚ ਸਾਡੀ ਲੇਡੀ ਸਬ ਇੰਸਪੈਕਟਰ ਰਾਜਪਾਲ ਕੌਰ ਵੱਲੋਂ FIR ਨੰਬਰ 156 ਅੰਡਰ ਸੈਕਸ਼ਨ 376B 6 ਪੋਕਸੋ ਐਕਟ 25 SC ਐਕਟ ਦਾ ਮੁਕੱਦਮਾ ਦਰਜ ਕੀਤਾ ਗਿਆ ਤੇ ਬੱਚੀ ਨੂੰ ਮੈਡੀਕਲ ਕਰਾਉਣ ਲਈ ਸਿਵਲ ਹਸਪਤਾਲ ਬਰਨਾਲੇ ਭੇਜ ਦਿੱਤਾ ਗਿਆ ਹੈਗਾ। ਤੇ ਆਪਣਾ ਇਹਦੀ ਜਿਹੜਾ ਦੋਸ਼ੀ ਹੈਗਾ ਇਹਨੂੰ ਗ੍ਰਿਫਤਾਰ ਕਰਨ ਲਈ ਸਾਡੀਆਂ ਟੀਮਾਂ ਗਈਆਂ। ਬੜੇ ਸ਼ਾਰਟਲੀ ਇਹਨੂੰ ਅਸੀਂ ਅਰੈਸਟ ਕਰ ਲਵਾਂਗੇ। ਇਹ ਗੁਆਂਢੀ ਸੀਗੀ ਬੱਚੀ, ਖੇਡਦੀ ਉਹਦੇ ਘਰ ਆ ਗਈ। ਘਰ ਇਕੱਲਾ ਸੀ, ਉਹਦੇ ਮਾਤਾ ਪਿਤਾ ਕਿਸੇ ਤੇ ਆਪਣਾ ਵਿਆਹ 'ਚ ਕੰਮ ਕਰਨ ਗਏ ਹੋਏ ਸੀਗੇ ਤੇ ਉਹ ਇਕੱਲੀ ਦੇਖ ਕੇ ਉਹਨੇ ਕਮਰੇ 'ਚ ਬੈੱਡ 'ਤੇ ਜਾ ਕੇ ਬੱਚੀ ਨੂੰ ਰੇਪ ਕੀਤਾ। ਉਹਦੀ ਅਜੇ ਪਿੰਡ ਮੌਕੇ 'ਤੇ ਮੈਂ ਜਾ ਕੇ ਆਇਆ, 16-17 ਸਾਲ ਜੀ ਦੱਸਦੇ ਨੇ, ਬਾਕੀ ਅਰੈਸਟ ਤੋਂ ਪਤਾ ਲੱਗੇਗਾ। ਘਰੇ ਕੋਈ ਹੈ ਨਹੀਂ ਸੀ। ਬੱਚੀ ਠੀਕ ਹੈ, ਨੋਰਮਲ ਹੈਗੀ ਹੈ ਤੇ ਉਹਨੂੰ ਸਾਡੀ ਲੇਡੀ ਸਬ ਇੰਸਪੈਕਟਰ ਰਾਜਪਾਲ ਕੌਰ ਤੇ ਲੇਡੀ ਕਾਂਸਟੇਬਲ 2 ਸਾਡੀਆਂ ਸੰਗਰੂਰ ਉੱਥੇ ਬਰਨਾਲੇ ਲੈ ਕੇ ਪਹੁੰਚ ਗਏ ਨੇ ਮੈਡੀਕਲ ਕਰਾਉਣ ਲਈ। ਬੱਚੀ ਠੀਕ ਠਾਕ ਹੈ, ਬਾਕੀ ਡਾਕਟਰ ਦੱਸਣ। ਬੱਚੀ ਦੇ ਦਾ ਫਾਦਰ ਨੇ ਇੱਥੇ ਸਾਨੂੰ ਰਿਪੋਰਟ ਕੀਤਾ ਹੈਗਾ ਕਿ ਫਿਰ ਉਹਦੀ ਮਦਰ ਵੀ ਨਾਲ ਆ ਗਈ ਸੀ। ਉਹਦੀ ਮਦਰ ਦੇ ਬਿਆਨ 'ਤੇ ਅਸੀਂ ਨੇ ਅਮਰਜੀਤ ਕੌਰ ਦੇ ਬਿਆਨ 'ਤੇ ਕੇਸ ਰਜਿਸਟਰ ਕੀਤਾ। ਬੱਚੀ ਨੇ ਘਰੇ ਆ ਕੇ ਉਹ ਰੋਂਦੀ ਆਪਣੀ ਮਦਰ ਕੋਲ ਆਈ। ਘਰ ਦਾ ਉਹਨਾਂ ਦਾ 20-25 ਗਜ ਦਾ ਫਰਕ ਹੈਗਾ, ਫਾਸਲਾ ਆਪਸ 'ਚ। ਉਹਨੇ ਆਪਣੀ ਮਾਂ ਨੂੰ ਦੱਸਿਆ ਕਿ ਤੇ ਮਾਂ ਨੇ ਫਿਰ ਤਸਦੀਕ ਕੀਤਾ ਤੇ ਫਿਰ ਉਹ ਥਾਣੇ ਸਾਡੇ ਕੋਲ ਆਏ। ਦੋਸ਼ੀ ਲਈ ਸਾਡੀਆਂ ਪਾਰਟੀਆਂ ਡਿਸਪੈਚ ਕਰ ਦਿੱਤੀਆਂ ਗਈਆਂ ਨੇ। ਬੜੀ ਸ਼ਾਰਟਲੀ ਉਹਨੂੰ ਫੜ ਲਾਂਗੇ ਅਸੀਂ। ਅਜੇ ਇਹ ਤਾਂ ਬੱਚੀ ਛੋਟੀ ਹੈ, ਘਰੇ ਉਹਦੇ ਕੋਈ ਹੈ ਨਹੀਂ ਸੀਗਾ। ਇਹ ਦੋਸ਼ੀ ਦੀ ਅਰੈਸਟ ਤੋਂ ਬਾਅਦ ਪਤਾ ਲੱਗੂਗਾ, ਪਰ ਇੱਦਾਂ ਲੱਗਦਾ ਨਹੀਂ ਗਾ ਮੌਕੇ 'ਤੇ ਵੀ ਕੋਈ ਹੋਰ ਹੋਏਗਾ ਇੱਦਾਂ ਦਾ। ਇਹ ਇਨਵੈਸਟੀਗੇਸ਼ਨ ਦਾ ਮੈਟਰ ਹੈ, ਤੁਹਾਨੂੰ ਬਾਅਦ 'ਚ ਬਰੀਫ ਕਰਾਂਗੇ ਇਹਦੇ ਬਾਰੇ। ਦੋਸ਼ੀ ਸ਼ਾਇਦ ਐਸੀ ਪਰਿਵਾਰ ਤੋਂ
BC ਪਰਿਵਾਰ ਦੱਸਿਆ ਜਾਂਦਾ। ਧਾਰਾ 376 B ਹੈਗੀ ਹੈ, 6 ਪੋਕਸੋ ਐਕਟ ਹੈਗਾ ਆ, ਤੇ SC ਐਕਟ ਹੈਗਾ 2-5। ਸਨ ਹੁਣ ਤੱਕ ਦੀਆਂ ਖਬਰਾਂ। ਤਾਜ਼ਤਰੀਨ ਖਬਰਾਂ ਲੈ ਕੇ ਫਿਰ ਮਿਲਾਂਗੇ। ਦੇਖਦੇ ਰਹੋ ਚੱਕ ਤੇ TV। ਸਤਿ ਸ਼੍ਰੀ ਅਕਾਲ।